ਸੋ ਮੁੱਦੇ ਕੀ ਬਾਤ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ। ਬ੍ਰੇਕ ਤੋਂ ਬਾਅਦ ਅੱਜ ਦਾ ਮੁੱਦਾ ਹੈ ਕਰਜ਼, ਨੇਤਾ ਤੇ ਸਰਕਾਰ। ਤੇ ਇੱਕ ਸਵਾਲ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਦਰਸ਼ਕਾਂ ਨੂੰ, ਅੱਜ ਦਾ ਸਵਾਲ ਹੈ ਕਿ ਪੰਜਾਬ ਸਹਿਕਾਰਤਾ ਵਿਭਾਗ ਵਿੱਚ ਨੇਤਾਵਾਂ ਨੂੰ ਰਸੂਖ ਦੇ ਚੱਲਦੇ ਮੋਟੇ ਕਰਜ਼ੇ ਦਿੱਤੇ ਜਾਂਦੇ ਨੇ? ਹਾਂ ਜਾਂ ਨਾ ਦੇ ਵਿੱਚ ਤੁਸੀਂ ਆਪਣਾ ਸਾਨੂੰ ਜਵਾਬ ਭੇਜ ਸਕਦੇ ਹੋ, ਮੈਸੇਜ ਕਰ ਸਕਦੇ ਹੋ 57575 ਤੇ। ਸਾਡੇ ਨਾਲ ਚਮਕੌਰ ਸਾਹਿਬ ਤੋਂ ਬਲਦੇਵ ਸਿੰਘ ਜੁੜ ਚੁੱਕੇ ਨੇ। ਹਾਂਜੀ ਬਲਦੇਵ ਸਿੰਘ ਜੀ, ਕੀ ਕਹਿਣਾ ਤੁਹਾਡਾ? ਰੰਧਾਵਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰੰਧਾਵਾ ਜੀ, ਇਹ ਜਿਹੜੇ ਸਟੈਪ ਪੰਜਾਬ ਸਰਕਾਰ ਨੇ ਚੱਕਿਆ ਅੱਜ, ਰੰਧਾਵਾ ਸਾਹਿਬ ਨੇ ਦਿੱਤਾ ਨਾ ਬਿਆਨ, ਹਾਂਜੀ, ਸਹਿਕਾਰਤਾ ਮੰਤਰੀ ਨੇ, ਉਹ ਬਹੁਤ ਚੰਗਾ ਹੈ। ਪਰ ਅੱਗੇ ਵੀ ਸਿੱਧੂ ਸਾਹਿਬ ਵੀ ਵਿਚਾਰੇ ਬਹੁਤ ਇਹਨਾਂ ਦੇ ਪੋਲਾਂ ਖੋਲ ਚੁੱਕੇ ਸੀ ਪਹਿਲੀ ਗੌਰ ਸਰਕਾਰ ਦੇ, ਉਹ ਵੀ ਸਾਰਾ ਕੁਝ ਉਹਦਾ ਚੁੱਪੇ ਚਪੀਤਾ ਹੋ ਗਿਆ। ਸਾਨੂੰ ਇਹ ਲੱਗਦਾ ਵੀ ਮਾਵਾਂ ਧੀਆਂ 'ਚ ਮਸਲਾ ਜਾਏ ਇਹਨਾਂ ਨੇ ਗੋਲ-ਮੋਲ ਕਰ ਜਾਣਾ। ਪਹਿਲਾ ਰਾਤਾ ਸਾਰੇ ਤਗਲਕ ਵਾਲਾ ਰਾਤਾ, ਅੰਨੇ ਕਰਜ਼ੇ ਜੋ ਵੀ ਖਾਧਾ ਪੀਤਾ ਅੰਨਾ ਚੱਲਿਆ ਜੀ, ਕਿਸੇ ਨੇ ਕੋਈ ਸੁਣਵਾਈ ਨਹੀਂ ਹੋਈ ਹੈਗੀ। ਹੁਣ ਵੀ ਸਾਨੂੰ ਲੱਗਦਾ ਵੀ ਇਸ ਤਰ੍ਹਾਂ ਰੌਲਾ ਜਿਹਾ ਪੈ ਕੇ ਇਹਨਾਂ ਨੇ ਰੌਲਾ ਪਾ ਕੇ ਚੁੱਪ ਕਰਕੇ ਆਪਣਾ ਟਾਈਮ ਕੱਢ ਜਾਣਾ ਜੀ। ਠੀਕ ਹੈ। ਰਾਜਨ ਸਾਡੇ ਨਾਲ ਮੋਹਾਲੀ ਤੋਂ ਜੁੜ ਚੁੱਕੇ ਨੇ, ਮਾਫ ਕਰਨਾ ਅਵਤਾਰ ਸਿੰਘ ਸਮਾਣਾ ਤੋਂ ਜੁੜ ਚੁੱਕੇ ਨੇ। ਅਵਤਾਰ ਸਿੰਘ ਜੀ, ਹਾਂਜੀ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਸਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ ਜੀ। ਆਪਣੇ ਕਾਂਗਰਸ ਵੀਰ ਨੇ ਬਹੁਤ ਵਧੀਆ ਸੁਝਾਅ ਆਏ ਨੂੰ ਦਿੱਤਾ। ਕਿਸਾਨ ਯੂਨੀਅਨ ਦੇ ਆਗੂ 10 ਸਾਲ ਲੱਖੋਵਾਲ ਚੇਅਰਮੈਨ ਰਹੇ ਨੇ, ਕਦੇ ਇਹਨਾਂ ਨੇ ਧਰਨਾ ਨਹੀਂ ਲਾਇਆ, ਕਿਤੇ ਕਦੇ ਉਹ ਨਹੀਂ ਕਰਿਆ। ਹੁਣ ਉੱਠ ਖੜੇ, ਇਹਨਾਂ ਦੀ ਆਪਦੀ ਇਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਨਪ੍ਰੀਤ ਜੀ, ਜਿਵੇਂ ਕਿ ਤੁਸੀਂ ਇੱਕ ਕਾਲਰ ਤੋਂ ਵੀ ਸੁਣ ਲਿਆ ਕਿ ਇੱਕ ਪਹਿਲੇ ਕਾਲਰ ਨੇ ਕਿਹਾ ਹੈ ਕਿ ਸਿੱਧੂ ਸਾਹਿਬ ਨੇ ਵੀ ਕਈ ਜਿਹੜੇ ਕਿ ਖੁਲਾਸੇ ਕੀਤੇ, ਕਾਰਵਾਈ ਨਹੀਂ ਹੋਈ। ਪੰਜਾਬ ਦੀ ਜਨਤਾ ਨੂੰ ਵੀ ਲੱਗਦਾ ਹੈ ਕਿਤੇ ਨਾ ਕਿਤੇ, ਜੋ ਕਹਿ ਸਕਦੇ ਹਾਂ ਕਿ 1.25 ਸਾਲ ਦੇ ਵਿੱਚ ਹੋਇਆ ਕਿ ਕਾਰਵਾਈ ਨਹੀਂ ਹੋਵੇਗੀ, ਪਰ ਪੰਜਾਬ ਦੇ ਲੋਕ ਕਿਵੇਂ ਵਿਸ਼ਵਾਸ ਕਰਨ ਕਿ ਇਸ ਵਾਰ ਕਾਰਵਾਈ ਹੋਵੇਗੀ? ਕਿਉਂਕਿ 276 ਕਰੋੜ ਰੁਪਏ ਦਾ ਕਰਜ਼ਾ ਇਹਨਾਂ ਰਸੂਖਦਾਰਾਂ ਦੇ ਵੱਲ ਖੜਾ ਹੈ। ਇੱਕ ਵੀ ਕਿਸ਼ਤ ਹਾਲੇ ਤੱਕ ਨਹੀਂ ਦਿੱਤੀ ਗਈ। ਜਿਹੜਾ ਆਮ ਕਿਸਾਨ ਹੈ, ਸੂਬੇ ਦਾ ਕਿਸਾਨ ਹੈ, ਉਸ ਦਾ ਹੱਕ ਮਾਰਿਆ ਗਿਆ। ਜਰਮਨਜੀਤ ਜੀ, ਮੈਂ ਤੁਹਾਨੂੰ ਵਿਸ਼ਵਾਸ ਦੀ ਗੱਲ ਕਰ ਰਹੇ ਹਾਂ ਜੀ। ਪੰਜਾਬ ਦੇ ਲੋਕਾਂ ਨੇ ਇੰਨਾ ਬੜਾ ਵਿਸ਼ਵਾਸ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਦੇ ਵਿੱਚ ਜਤਾਇਆ ਹੈ ਜੀ, ਔਰ 5 ਸਾਲ ਦਾ ਮੈਂਡੇਟ ਦਿੱਤਾ ਹੈ ਕੈਪਟਨ ਸਾਹਿਬ ਨੂੰ। ਔਰ ਤੁਸੀਂ ਵੀ ਇੱਥੇ ਹੀ ਹੋ, ਮੈਂ ਵੀ ਇੱਥੇ ਹੀ ਹਾਂ। ਇਹ ਤੁਹਾਡੇ ਸਾਹਮਣੇ ਆਉਣਗੀਆਂ ਗੱਲਾਂ ਕਿ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ, ਹਰ ਚੀਜ਼ ਸਹੀ ਲੀਹ ਤੇ ਪਾਵਾਂਗੇ। ਸੱਚਾਈ ਇਹ ਹੈ ਕਿ ਇੰਨਾ ਜ਼ਿਆਦਾ ਸਿਸਟਮ ਵਿਗੜਿਆ ਹੋਇਆ ਸੀ, ਇਹਨੂੰ ਸੈੱਟ ਕਰਦੇ ਵੀ ਟਾਈਮ ਲੱਗ ਰਿਹਾ ਹੈ, ਪਹਿਲੀ ਗੱਲ। ਠੀਕ ਹੈ। ਦੂਸਰੀ ਗੱਲ, ਤੁਸੀਂ ਆਪਾਂ ਪਹਿਲੇ ਦਿਨੋਂ ਆਪਾਂ ਇਸ ਡਿਬੇਟ ਤੇ ਆਉਣਾ, ਮੈਂ ਵੀ ਆਉਣਾ ਹੈ। ਇਹੀ ਆਮ ਆਦਮੀ ਪਾਰਟੀ ਵਾਲੇ ਜਾਂ ਅਕਾਲੀ ਦਲ ਵਾਲੇ ਜਾਂ ਬੀਜੇਪੀ ਵਾਲੇ ਪਹਿਲੇ ਦਿਨੋਂ ਕੋਠੇ ਚੜ੍ਹ ਰਿੰਗਦੇ ਸੀਗੇ ਕਿ ਜੀ ਨਾ ਤਾਂ ਗੈਂਗਸਟਰ ਮਰਨਗੇ, ਨਾ ਕਰਜ਼ੇ ਮਾਫ ਹੋਣਗੇ, ਨਾ ਨੌਕਰੀਆਂ ਮਿਲਣਗੀਆਂ, ਕੁਝ ਨਹੀਂ ਹੋਊਗਾ। ਸਭ ਕੁਝ ਹੋਣ ਲੱਗ ਗਿਆ। ਇੱਕ ਸਟੈਪ ਹੈਗੀ ਹੈ, ਸਟੈਪ ਵਾਈਜ਼ ਹਰ ਚੀਜ਼ ਹੋਊਗੀ। ਇੱਥੇ ਹਾਲਾਤ ਇਹ ਹੋ ਗਏ ਕਿ ਅਕਾਲੀ ਦਾ ਪੈਨਲ ਛੱਡ ਕੇ ਭੱਜ ਗਏ। ਅਕਾਲੀ ਆਉਂਦੇ ਕਿਉਂ ਨਹੀਂ ਹੈਗੇ ਡਿਬੇਟ ਤੇ? ਹਰ ਥਾਂ ਤੇ ਬੋਲਦੇ ਫਿਰਦੇ ਨੇ, ਟੀਵੀ ਤੇ ਡਿਬੇਟ ਤੇ ਕਿਉਂ ਨਹੀਂ ਆਉਂਦੇ ਅਕਾਲੀ? ਆਉਣ ਇੱਥੇ, ਅਸੀਂ ਇਹਨਾਂ ਨੂੰ ਜਵਾਬ ਪੁੱਛਾਂਗੇ, ਜਵਾਬ ਦੇਣ ਆ ਕੇ। ਇਹ ਜਵਾਬ ਦੇਈ ਨੇ। ਹਾਂਜੀ ਬੈਦਵਾਨ ਸਾਹਿਬ ਤੁਹਾਡੀ ਕਿਸੇ ਗੱਲ ਦਾ ਜਵਾਬ ਦੇਣਾ ਚਾਹੁੰਦੇ? ਹਾਂਜੀ ਬੈਦਵਾਨ ਸਾਹਿਬ ਨੇ ਰਲ ਕੇ ਕੀਤੇ ਨੇ। ਦੂਸਰੀ ਗੱਲ ਚੁੱਪ ਕਰੋ। ਦੂਸਰੀ ਗੱਲ ਜਿਹੜੀ ਕਿਸਾਨ ਆਗੂਆਂ ਦੀ ਗੱਲ ਹੈਗੀ ਹੈ, 10 ਸਾਲ ਦੇ ਵਿੱਚ ਕਿਸਾਨੀ ਜਿੰਨੀ ਪਿੱਛੇ ਗਈ ਹੈ ਉਹਦਾ ਕੋਈ ਹਿਸਾਬ ਨਹੀਂ ਹੈਗਾ। ਕਿਸਾਨ ਪਿਛਲੇ 10 ਸਾਲ ਤੋਂ ਸੁਸਾਈਡ ਕਰ ਰਿਹਾ ਹੈ, ਔਰ ਜਿਹੜੇ ਕਿਸਾਨ ਆਗੂ ਬਣੇ ਫਿਰਦੇ ਨੇ, ਇਹਨਾਂ ਨੇ ਕਿਸੇ ਨੇ ਆਵਾਜ਼ ਨਹੀਂ ਚੱਕੀ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਦੂਸਰੀ ਗੱਲ। ਇਹ ਹੁਣੇ ਕਹਿਣਗੇ, ਬੈਦਵਾਨ ਸਾਹਿਬ ਕਹਿਣਗੇ ਕਿ ਸਵਾਮੀਨਾਥਨ ਕਮਿਸ਼ਨ ਲਾਗੂ ਕਰ ਦਿੰਦੇ ਤੁਸੀਂ। ਮੈਨੂੰ ਇਹ ਹੁਣੇ ਕਹਿਣਗੇ ਇਹ ਜਵਾਬ। ਮੈਂ ਇਹਨਾਂ ਨੂੰ ਪਹਿਲਾਂ ਹੀ ਜਵਾਬ ਦੇ ਦਿੰਦਾ ਕਿ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀਗੀ ਉਹ ਅੰਡਰ ਸਟੱਡੀ ਸੀਗੀ ਕਾਂਗਰਸ ਦੇ ਟਾਈਮ ਤੇ। ਕਾਂਗਰਸ ਨੇ ਮਨਾ ਨਹੀਂ ਕੀਤਾ। ਇਹ ਨੋਟ ਕਰੋ ਜਰਮਨਜੀਤ ਜੀ, ਕਾਂਗਰਸ ਨੇ ਕਦੇ ਮਨਾ ਨਹੀਂ ਕੀਤਾ। ਉਹਨੂੰ ਫਾਈਨ ਟਿਊਨ ਕਰ ਰਹੇ ਸੀਗੇ। ਸੁਣੋ, ਪੂਰੀ ਮੈਨੂੰ ਕੰਪਲੀਟ ਕਰ ਲੈਣ ਦਿਓ। ਉਹ ਫਾਈਨ ਟਿਊਨ ਹੋ ਰਹੀ ਸੀ ਰਿਪੋਰਟ ਦੇ ਉੱਤੇ ਇੰਪਲੀਮੈਂਟੇਸ਼ਨ ਦੀ ਕਾਰਵਾਈ ਚੱਲ ਰਹੀ ਸੀ। ਮੋਦੀ ਸਾਹਿਬ ਨੇ, ਜਿਹਦੇ ਭਾਈਵਾਲ ਨੇ ਅਕਾਲੀ ਦਲ ਬਾਦਲ ਸਾਹਿਬ, ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਲਾਗੂ ਕਰਾਂਗੇ ਸਵਾਮੀਨਾਥਨ ਕਮਿਸ਼ਨ। ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ, ਜਿਹਦੇ ਵਿੱਚ ਅਕਾਲੀ ਦਲ ਬਾਦਲ ਵੀ ਸਿਗਨੇਟਰੀ ਹੈਗਾ ਗਵਰਨਮੈਂਟ ਦੇ ਵਿੱਚ, ਕਿ ਅਸੀਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਨਹੀਂ ਕਰਾਂਗੇ। ਇਹ ਸੁਪਰੀਮ ਕੋਰਟ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਐਫੀਡੇਵਿਟ ਦਿੱਤਾ ਹੈ। ਕਿਸਾਨਾਂ ਨਾਲ ਧੋਖਾ
ਇਹਨਾਂ ਨੇ ਕੀਤਾ ਕਿ ਹੋਰ ਕਿਸੇ ਨੇ ਕੀਤਾ, ਇਹ ਜਵਾਬ ਦੇਣ। ਠੀਕ ਹੈ ਸੰਧੂ ਸਾਹਿਬ ਅਕਾਲੀ ਦਲ ਦਾ ਭਾਜਪਾ ਤੋਂ ਕੋਈ ਹੈ ਨਹੀਂ, ਉਹਨਾਂ ਤੋਂ ਜਵਾਬ ਮੰਗ ਲੈਂਦੇ। ਪਰ ਬੈਦਵਾਨ ਸਾਹਿਬ ਤੁਹਾਡੇ ਲੱਖੋਵਾਲ ਜਿਹੜੀ ਕਿਸਾਨ ਯੂਨੀਅਨ ਉੱਤੇ ਸਵਾਲ ਚੁੱਕੇ ਨੇ ਇਹਨਾਂ ਨੇ, ਤੁਹਾਡਾ ਕੀ ਕਹਿਣਾ ਇਸ ਤੇ? ਇਹਨਾਂ ਤੋਂ ਲੈ ਲਓ ਜਵਾਬ। ਅਸੀਂ ਤਾਂ ਜੀ ਹੁਣ ਵੀ ਬਾਦਲ ਦੇ ਟਾਈਮ ਦੇ ਵਿੱਚ ਵੀ ਜੇ ਗੰਨੇ ਦੀ ਕੀਮਤ ਨਹੀਂ ਮਿਲੀ ਤਾਂ ਲੱਖੋਵਾਲ ਸਾਹਿਬ ਗਰੁੱਪ ਨੇ ਆਪ ਜਾ ਕੇ ਧਰਨਾ ਲਾਇਆ ਮਰੰਡੇ ਦੇ ਵਿੱਚ, ਤੇ ਅੱਜ 42 ਕਰੋੜ ਰੁਪਈਆ ਸਾਡਾ ਬਾਰ-ਬਾਰ ਕਹਿਣ ਤੋਂ ਬਾਅਦ ਸਰੇਆਮ ਮੁੱਕਰੇ ਬੈਠੇ। ਪਿਛਲੇ ਸਾਲ ਦੀ ਕੀਮਤ ਨਹੀਂ ਮਿਲੀ। ਇਹ ਜਿਹੜਾ ਅੱਜ ਡਰਾਮਾ ਹੋਇਆ ਇਹ ਸ਼ਾਹਕੋਟ ਦੀ ਉਪ ਚੋਣ ਨੂੰ ਦੇਖਦੇ ਹੋਏ ਹੋ ਰਿਹਾਗਾ। ਉਸ ਤੋਂ ਜਿਹੜਾ ਅਗਲਾ ਡਰਾਮਾ ਹੋਊਗਾ ਉਹ ਪੰਚਾਇਤ ਚੋਣਾਂ ਵਾਸਤੇ ਹੋਏਗਾ ਜੁਲਾਈ ਦੇ ਵਿੱਚ। ਬੈਦਵਾਨ ਸਾਹਿਬ ਜਿਵੇਂ ਇਹ ਪਹਿਲਾਂ ਕਰਜ਼ ਮਾਫੀ ਤੋਂ ਬੈਦਵਾਨ ਸਾਹਿਬ ਜਿਹੜੇ ਕਰਜ਼ ਮਾਫੀ ਠੀਕ ਹੈ ਜੋ ਵੀ ਹੈ, ਸਾਨੂੰ ਨਹੀਂ ਪਤਾ ਡਰਾਮਾ ਕਿਸ ਗੱਲੋਂ ਹੋ ਰਿਹਾ ਵਾ, ਡਰਾਮਾ ਹੋ ਰਿਹਾ ਜਾਂ ਸੱਚਾਈ ਹੋ ਰਹੀ ਹੈ, ਕਾਰਵਾਈ ਹੋਵੇਗੀ ਜਾਂ ਨਹੀਂ। ਪਰ 4 ਆਗੂਆਂ ਦੇ ਨਾਮ, ਕਿਸਾਨ ਆਗੂਆਂ ਦੇ ਨਾਮ ਵਿੱਚ ਆਏ ਨੇ ਜਿਹੜੇ ਸਰਕਾਰਾਂ ਦੇ ਖਿਲਾਫ ਧਰਨੇ ਦਿੰਦੇ ਨੇ। ਉਹਨਾਂ ਦੇ ਸਮਰਥਕ ਕਿਸਾਨ ਜਿਹੜੇ ਕਿ ਉਹਨਾਂ ਦੇ ਨਾਲ ਤੁਰਦੇ ਵੀ ਨੇ, ਧਰਨਿਆਂ ਦੇ ਵਿੱਚ ਬਹਿੰਦੇ ਵੀ ਨੇ। ਜੇ ਕੱਲ ਨੂੰ ਜਿਵੇਂ ਕਿ ਸਹਿਕਾਰਤਾ ਮੰਤਰੀ ਨੇ ਕਿਹਾ ਹੈ ਕਿ 20 ਲਿਸਟ ਜਿਹੜੇ 20 ਕਰਕੇ ਉਹ ਹਰ ਮਹੀਨੇ ਲਿਸਟ ਜਾਰੀ ਕਰਨਗੇ, ਜੇ ਕਿਸੇ ਨਾਮੀ ਜਿਹੜੀ ਕਿਸਾਨ ਜਥੇਬੰਦੀ ਹੈ ਜੇ ਉਹਦੇ ਕਿਸੇ ਆਗੂ ਦਾ ਨਾਮ ਇਹਦੇ ਵਿੱਚ ਆਉਂਦਾ ਹੈ ਤੇ ਕੱਲ ਨੂੰ ਜੇ ਉਹ ਤੇ ਕੋਈ ਕਾਰਵਾਈ ਹੁੰਦੀ ਹੈ ਕੀ ਕਿਸਾਨ ਫਿਰ ਧਰਨਾ ਦੇਣਗੇ? ਕਿਉਂ ਦੇਣਗੇ ਜੀ? ਅਸੀਂ ਪਹਿਲਾਂ ਦੇਖਾਂਗੇ ਕਿ ਜਾਇਜ਼ ਹੈ ਜਾਂ ਨਜਾਇਜ਼। ਨਹੀਂ ਤੁਸੀਂ ਸਾਡਾ ਕਰਜ਼ਾ ਗਰੁੱਪ ਦੇ ਵਿੱਚ 9 ਹੈ ਤਾਂ ਸਾਨੂੰ ਦੱਸਿਆ ਜਾਵੇ, ਦੂਜੇ ਯੂਨੀਅਨ ਨਾਲ ਸਾਨੂੰ ਮਤਲਬ ਨਹੀਂ ਹੈ ਜੀ। ਜੇ ਕਰਜ਼ਾ ਲੱਖੋਵਾਲ ਗਰੁੱਪ ਦਾ ਉਹ ਦੱਸਿਆ ਜਾਵੇ ਸਾਨੂੰ। ਜੇ ਬਾਕੀ ਵੀ ਜਿਹੜੀ ਯੂਨੀਅਨ ਹੈ ਅਗਰ ਉਹਨਾਂ ਦਾ ਕੋਈ ਆਗੂ ਹੈ ਉਹਦੇ ਵਾਸਤੇ ਅਸੀਂ ਜ਼ਿੰਮੇਵਾਰ ਨਹੀਂ ਹੈਗੇ। ਠੀਕ ਹੈ। ਤੇ ਜਿਹੜੀ ਇਹ ਗੱਲਾਂ ਕਰਦੇ ਆ ਝੋਨਾ ਲਾਉਣ ਤੋਂ ਸਾਨੂੰ 20 ਜੂਨ ਤੇ ਲਈ ਜਾ ਰਹੇ ਹਨ ਹਰ ਇੱਕ ਪੁਲਿਸੀ। ਠੀਕ ਹੈ, ਅੱਜ ਮੁੱਦੇ ਕੀ ਬਾਤ ਹੈ, ਵਿਸ਼ਾ ਨਹੀਂ ਹੋ। ਲੱਖੋਵਾਲ ਸਾਹਿਬ ਚੇਅਰਮੈਨ ਬਣੇ ਤਾਂ ਉਹਨਾਂ ਦੇ ਨਾਲ ਹੀ ਆੜਤੀ। ਠੀਕ ਹੈ ਬੈਦਵਾਨ ਸਾਹਿਬ ਤੁਹਾਡਾ ਜਵਾਬ ਆ ਗਿਆ। ਸੁਧਾਰ ਹੋ ਸਕੇ। ਇਹ 8 ਸਾਲ ਦੇ ਵਿੱਚ ਕਿਆ ਇੱਕ ਰਿਪੋਰਟ ਦੀ 8 ਸਾਲ ਦੇ ਵਿੱਚ ਤੁਸੀਂ ਮੰਨਦੇ ਆ ਕਿ ਉਹਦਾ ਤੁਸੀਂ ਬੂਟਾ ਸਿੰਘ ਜੀ, ਬੈਦਵਾਨ ਸਾਹਿਬ ਫੇਰ ਆਵਾਂਗੇ ਤੁਹਾਡੇ ਕੋਲ। ਜਵਾਬ ਨਹੀਂ ਦੇਣਗੇ, ਜਵਾਬ ਦਿੰਦੇ ਆ ਤੁਸੀਂ ਲੈ ਤਾਂ ਸਹੀ। ਬੂਟਾ ਸਿੰਘ ਜੀ, ਕੀ ਤੁਸੀਂ ਇਹ ਜਿਹੜਾ ਜਿੰਨਾ ਵੀ ਰਸੂਖਦਾਰਾਂ ਦੇ ਵੱਲੋਂ ਦੇਣਦਾਰੀਆਂ ਨੇ 276 ਕਰੋੜ ਰੁਪਏ ਦੀਆਂ ਦੇਣਦਾਰੀਆਂ ਨੇ, ਕੁੱਲ ਕਰਜ਼ਾ ਜਿਹੜਾ ਕਿ ਸਹਿਕਾਰਤਾ ਵਿਭਾਗ ਵੱਲੋਂ ਕੱਲ ਅੰਕੜੇ ਪੇਸ਼ ਕੀਤੇ ਗਏ ਨੇ, ਜਿਹੜੇ ਕਿ ਇਹਨਾਂ ਰਸੂਖਦਾਰ ਜਿਹੜੇ ਕਿ ਸਿਆਸੀ ਰਸੂਖ ਰੱਖਦੇ ਨੇ, ਕਿ ਇਹਨਾਂ ਦੇ ਜਿਹੜੇ ਇੱਕ ਵੀ ਕਿਸ਼ਤ ਵਾਪਸ ਨਹੀਂ ਮੋੜੀ। ਕੀ ਤੁਸੀਂ ਦੇਖਦੇ ਹੋ ਕਿ ਜਿਹੜੇ ਆਮ ਕਿਸਾਨ ਹੈ ਜਿਹੜਾ ਕਿ ਖੁਦਕੁਸ਼ੀਆਂ ਕਰ ਰਿਹਾ, ਜਿਹਨੂੰ ਕਰਜ਼ੇ ਲੈਣ ਦੇ ਲਈ ਉਹਨਾਂ ਦੇ ਚੱਪਲਾਂ ਘਸ ਜਾਂਦੀਆਂ ਨੇ, ਤਲਵੇ ਘਸ ਜਾਂਦੇ ਨੇ ਉਹਨਾਂ ਦੇ, ਕਿ ਉਹਨਾਂ ਦਾ ਹੱਕ ਮਾਰਿਆ ਜਾਂਦਾ ਹੈ? ਜਰਮਨ ਜੀ ਤੁਹਾਡੇ ਇੱਕ ਐਲੈਬੋਰੇਟ ਕੁਐਸਚਨ ਦਾ ਸ਼ਾਰਟ ਆਨਸਰ ਇਹੀ ਆ, ਹਾਂ ਮਾਰਿਆ ਜਾਂਦਾ। ਪਰ ਮੈਂ ਥੋੜਾ ਜਿਹਾ ਇਸ ਚੀਜ਼ ਤੇ ਵਿਸ਼ਵਾਸ ਤੇ ਗੱਲ ਕਰਨੀ ਜਾ ਰਿਹਾ ਸੀਗਾ, ਜਿਹੜਾ ਮੈਂ ਸੋਚ ਰਿਹਾ ਸੀਗਾ ਵੀ ਸਾਨੂੰ ਵਿਸ਼ਵਾਸ ਹੈ ਨਹੀਂਗਾ। ਨਾਟ ਈਵਨ ਕਾਂਗਰਸ, ਬੀਜੇਪੀ, ਅਕਾਲੀ, ਕਿਉਂਕਿ ਜਿਹੜਾ ਇਹਨਾਂ ਨੇ ਜਿਵੇਂ ਜਿਵੇਂ ਪਰਫਾਰਮ ਕੀਤਾ ਵਾ ਉਹ ਆਪਣੇ ਸਾਰਿਆਂ ਦੇ ਮੂਹਰੇ ਆ। ਕਿਸਾਨ ਦੀ ਹਾਲਤ ਅੱਜ ਕਿਸੇ ਤੋਂ ਲੁਕੀ ਨਹੀਂ ਗਈ। ਕੋਈ ਵੀ ਕਿਸਾਨ ਹਤੈਸ਼ੀ ਕਹਾਉਣ ਵਾਲੀ ਜਿਹੜੀ ਕਲਾਸ ਸੀਗੀ ਉਹਨੇ ਕਿੰਨਾ ਕੁ ਡਿਲੀਵਰ ਕੀਤਾ ਵਾ, ਮੈਂ ਉਸ ਤੇ ਜਾਵਾਂ ਮੈਨੂੰ ਲੱਗਦਾ ਮੈਂ ਟਾਈਮ ਖਰਾਬ ਕਰੂੰਗਾ। ਬੀਜ ਘੁਟਾਲਾ ਹੋਇਆ ਪੰਜਾਬ ਦੀ ਧਰਤੀ ਤੇ, ਅੱਜ ਕੀ ਹੋਇਆ ਤੁਹਾਡੇ ਸਾਹਮਣੇ ਆ। ਦਵਾਈ ਘੁਟਾਲਾ ਹੋਇਆ, ਉਸ ਤੇ ਕਿੰਨੀ ਕਾਰਵਾਈ ਹੋਈ ਤੁਹਾਡੇ ਸਾਹਮਣੇ ਆ। ਅੱਜ ਕੇਂਦਰ ਦੇ ਵਿੱਚ ਮੋਦੀ ਗੱਲ ਕਰ ਰਿਹਾ 2022 ਤੱਕ ਮੈਂ ਕਿਸਾਨਾਂ ਦੀ ਇਨਕਮ ਡਬਲ ਕਰ ਦੂੰਗਾ। ਠੀਕ ਹੈ। ਪੰਜਾਬ ਦੇ ਵਿੱਚ ਅੱਜ ਸੀਐਮ ਸਾਹਿਬ ਕਹਿ ਰਹੇ ਆ ਮੈਂ ਕਿਸਾਨਾਂ ਦੀ ਹਾਲਤ ਬਹੁਤ ਵਧੀਆ ਕਰ ਦੂੰਗਾ, ਖੇਤੀ ਸੁਧਾਰ ਲਿਆ ਦੂੰਗਾ। ਮੈਂ ਤੁਹਾਡੇ ਚੈਨਲ ਤੇ ਇੱਕ ਰਿਕੁਐਸਟ ਸੈਂਟਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੁੰਦਾ, ਜੇ ਵਾਕਿਆ ਹੀ ਤੁਸੀਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਚਾਹੁੰਦੇ ਹੋ, ਚਲਾਕੀਆਂ ਕਰਕੇ ਨਹੀਂ, ਇਹਦਾ ਰੀਅਲ ਸੈਂਸ, ਤਾਂ 2022 ਤੱਕ ਤੁਸੀਂ ਜਿੰਨੀਆਂ ਨੈਸ਼ਨਲ ਬੈਂਕਾਂ ਵਾ ਉਹਨਾਂ ਦਾ ਜਿਹੜਾ ਸਸਪੈਂਡ ਕਰ ਦੋ, ਕਰਜ਼ੇ ਦੇ ਉੱਤੇ ਵਿਆਜ ਜਿਹੜਾ ਲੱਗਦਾ ਵਾ। ਪੰਜਾਬ ਦਾ ਕਿਸਾਨ ਭਿਖਾਰੀ ਨਹੀਂ, ਪੰਜਾਬ ਦਾ ਕਿਸਾਨ ਬੂਟਾ ਸਿੰਘ ਜੀ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਨੂੰ ਮੌਕੇ ਦਿਵੋ। ਬੂਟਾ ਸਿੰਘ ਜੀ ਇੱਕ ਸਵਾਲ ਮੇਰਾ ਛੋਟਾ ਜਿਹਾ, ਤੁਸੀਂ ਕਿਹਾ ਕਿ ਸਸਪੈਂਡ ਕਰ ਦਿਓ, ਲੀਕ ਮਾਰ ਦਿਓ, ਫਿਰ ਉਹਦੇ ਵਿੱਚ ਇਹੋ ਜਿਹੇ ਜਿਹੜੇ ਰਸੂਖਦਾਰ ਕਿਸਾਨ ਨੇ ਜਿਨ੍ਹਾਂ ਨੇ ਇੱਕ ਵੀ ਕਿਸ਼ਤ ਨਹੀਂ ਮੋੜੀ, ਜਿਨ੍ਹਾਂ ਦੇ ਕਰਕੇ ਬਾਕੀ ਕਿਸਾਨ ਭਾਈਚਾਰਾ ਪੂਰਾ ਬਦਨਾਮ ਹੋ ਰਿਹਾ, ਫਿਰ ਉਹਨਾਂ ਦੇ ਵੀ ਕਰਜ਼ੇ ਮਾਫ ਹੋ ਜਾਂਦੇ। ਸਰ ਤੁਸੀਂ ਸਮਝਣ ਦੇ ਵਿੱਚ ਜਰਮਨ ਜੀ ਥੋੜਾ ਜਿਹਾ ਫਰਕ ਪੈ ਗਿਆ। ਮੈਂ ਲੀਕ ਦੀ ਗੱਲ ਨਹੀਂ ਕਰਦਾ, ਜਿਹੜਾ ਇੰਟਰਸਟ ਪੈ ਰਿਹਾ ਛੋਟੇ ਕਿਸਾਨਾਂ ਦੇ ਲੋਨਾਂ ਤੇ, ਤੁਸੀਂ ਜੇ ਵਾਕਿਆ ਹੀ ਡਬਲ ਇਨਕਮ ਕਰ ਦਿਓ 22 ਚ, ਅਸੀਂ ਸਾਰਾ ਵਾਪਸ ਕਰ ਦਾਂਗੇ। ਤੁਸੀਂ ਕਿਸਾਨੀ ਨੂੰ ਪ੍ਰੋਫਿਟੇਬਲ ਬਣਾ ਦਿਓ, ਅਸੀਂ ਵਾਪਸ ਕਰ ਦਾਂਗੇ। ਉਹਨਾਂ ਚੱਕਰ ਸਸਪੈਂਡ ਕਰ ਦਿਓ ਉਹ ਕਰਜ਼ਾ ਵੀ, ਤੇ ਕਰਜ਼ੇ ਦੇ ਉੱਤੇ ਜਿੰਨਾ ਇੰਟਰਸਟ ਆ ਉਹ ਵੀ
ਤੁਸੀਂ ਕਰਕੇ ਦਿਖਾਓ, ਲੋਕਾਂ ਦਾ ਵਿਸ਼ਵਾਸ ਜਿੱਤੋ। ਪਰ ਉਹ ਕਿਤੇ ਦੇਖਣ ਦੇ ਵਿੱਚ ਅੱਜ ਦੀ ਤਰੀਕ ਵਿੱਚ ਨਹੀਂ ਆ ਰਿਹਾ। ਮਨਪ੍ਰੀਤ ਨੇ ਗੱਲ ਕੀਤੀ ਆ ਬਈ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਸ਼ੁਰੂ ਕਰਤਾ। ਮੈਂ ਇਹਦੇ ਨਾਲ ਜੇ ਸਹਿਮਤ ਹੋ ਵੀ ਜਾਵਾਂ ਪਰ ਮੇਰਾ ਵਿਸ਼ਵਾਸ ਨਹੀਂ ਬਣਦਾ। ਜਾਂ ਤਾਂ ਇਹ ਅੱਜ ਕਾਂਗਰਸ ਦੇ ਪ੍ਰਵਕਤੇ ਵਜੋਂ ਕਹਿ ਦੇਣ ਬਈ ਮਹਾਰਾਜਾ ਸਾਹਿਬ ਨੇ ਕਿਹਾ ਸੀ ਆੜਤੀਆਂ ਦਾ ਕਰਜ਼ਾ ਵੀ ਮਾਫ ਕਰਾਂਗੇ, ਪ੍ਰਾਈਵੇਟ ਬੈਂਕਾਂ ਦਾ ਵੀ ਮਾਫ ਕਰਾਂਗੇ, ਬਈ ਅਸੀਂ 5 ਸਾਲਾਂ 'ਚ ਮਾਫ ਕਰ ਦਾਂਗੇ, ਤੁਸੀਂ ਨਾ ਦੇਵੋ। ਮੈਂ ਗਰੀਬ ਕਿਸਾਨਾਂ ਦੀ ਗੱਲ ਕਰ ਰਿਹਾ ਵਾਂ, ਉਹਨਾਂ ਚੋਰ ਕਿਸਾਨਾਂ ਜਾਂ ਚੋਰ ਵੱਡੇ ਲੀਡਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਲੋਕਾਂ ਦਾ ਹੱਕ ਖਾ ਗਏ ਆ। ਸੈਕੰਡਲੀ ਮੈਂ ਰਿਕੁਐਸਟ ਕਰਨੀ ਚਾਹੁੰਦਾ, ਜਿਵੇਂ ਮਨਪ੍ਰੀਤ ਨੇ ਨੌਕਰੀ ਦੇ ਇਸ਼ੂ ਨੂੰ ਵੀ ਛੂ ਲਿਆ, ਫਲਾਨਾ ਧਮਕਾ 2-3 ਇਸ਼ੂ ਹੋਰ ਛੂ ਲਿਆ। ਤੁਹਾਡਾ ਚੈਨਲ ਸਮੇਂ-ਸਮੇਂ ਤੇ ਡਿਬੇਟ ਰੱਖਦਾ ਰਹਿੰਦਾ। ਕਾਂਗਰਸ ਪਾਰਟੀ ਮਨਪ੍ਰੀਤ ਵਰਗੇ ਲਾਇਕ ਜਿਹੜੇ ਡਿਬੇਟਰ ਨੂੰ ਭੇਜ ਦਿਆ ਕਰਨ, ਉਸ ਤੇ ਲੈਬੋਰੇਟਰੀ ਮੈਂ EMPLOYMENT ਤੇ ਵੀ ਕਈ ਵਾਰੀ ਡਿਬੇਟ ਹੋ ਗਈ ਤੇ ਦੂਜੇ ਇਸ਼ੂਆਂ ਤੇ। ਅੱਜ ਕਿਸਾਨਾਂ ਦੀ ਗੱਲ ਆ, ਅੱਜ ਵੱਡੇ ਮਗਰਮੱਛਾਂ ਦੀ ਗੱਲ ਆ, ਉਹਨਾਂ ਨੂੰ ਜ਼ਰੂਰਤ ਆ ਸਮੇਂ ਦੀ ਵੀ ਉਹਨਾਂ ਤੋਂ ਰਿਕਵਰੀ ਹੋਵੇ। ਪਰ ਸਰਕਾਰ ਤੇ ਨਾ ਆਮ ਜਨਤਾ ਦਾ ਵਿਸ਼ਵਾਸ ਆ, ਨਾ ਆਪੋਜੀਸ਼ਨ ਦਾ ਵਿਸ਼ਵਾਸ ਆ। ਇਹ ਵਿਸ਼ਵਾਸ ਜਿੱਤਣਾ ਪਊਗਾ। ਠੀਕ ਹੈ ਪ੍ਰੋਫੈਸਰ ਰੌਣਕੀ ਰਾਮ ਜੀ। ਪ੍ਰੋਫੈਸਰ ਰੌਣਕੀ ਰਾਮ ਜੀ, ਜਦੋਂ ਵੀ ਕੋਈ ਵੀ ਕਰਜ਼ਾ ਲੈਂਦਾ, ਚਾਹੇ ਕਿਸਾਨ ਹੈ ਚਾਹੇ ਕੋਈ ਵੀ ਵਰਗ ਦਾ ਬੰਦਾ ਹੈ, ਉਹਦੇ ਕੋਲ ਬਲੈਂਕ ਚੈੱਕ ਸਾਈਨ ਕਰਵਾਏ ਜਾਂਦੇ ਨੇ, ਰਜਿਸਟਰੀ ਰੱਖੀ ਜਾਂਦੀ ਨੇ, ਕੋਈ ਪ੍ਰਾਪਰਟੀ ਵੀ ਉਹਦੀ ਪਲੈਜ ਕੀਤੀ ਜਾਂਦੀ ਆ। ਤੇ ਜਦੋਂ ਛੋਟੇ ਕਿਸਾਨ ਕੋਈ ਆ ਉਸਦੇ ਬਲੈਂਕ ਚੈੱਕ ਹੁੰਦੇ, ਉਸੇ ਵੇਲੇ ਉੱਤੇ ਕਾਰਵਾਈ ਹੁੰਦੀ ਹੈ, ਪੁਲਿਸ ਕਾਰਵਾਈ ਵੀ ਹੁੰਦੀ ਹੈ, ਅਦਾਲਤੀ ਕਾਰਵਾਈ ਵੀ ਹੁੰਦੀ ਆ, ਕਈ ਵਾਰ ਜੇਲ੍ਹ ਵੀ ਜਾਣਾ ਪੈਂਦਾ ਕਿਸਾਨ ਨੂੰ। ਪਰ ਇਹਨਾਂ ਕਿਸਾਨਾਂ ਦੇ ਵੀ ਤਾਂ ਬਲੈਂਕ ਚੈੱਕ ਲਏ ਹੋਣਗੇ, ਇਹਨਾਂ ਦੀ ਤਾਂ ਪ੍ਰਾਪਰਟੀ ਪਲੈਜ ਕੀਤੀ ਹੋਵੇਗੀ, ਪਰ ਕਾਰਵਾਈ ਦੇ ਵਿੱਚ ਇਹਨਾਂ ਟਾਈਮ ਕਿਉਂ ਲੱਗ ਜਾਂਦਾ ਹੈ? ਉਹਦੇ 'ਚ ਮੇਰਾ ਖਿਆਲ ਹੈ ਕਿ ਕੁਛ ਦਾ ਜਵਾਬ ਤੁਹਾਨੂੰ ਪਹਿਲਾਂ ਮਿਲ ਗਏ ਸਨ। ਉਹ ਠੀਕ ਹੈ ਕਿ ਜਦੋਂ ਤੁਸੀਂ ਇਹ ਦੇਖਦੇ ਹੋ ਅਸਰ ਰਸੂਖ ਦੀ ਗੱਲ ਹੁੰਦੀ ਹੈ, ਜਦੋਂ ਤੁਸੀਂ ਵੱਡੇ ਇੰਡਸਟਰੀਅਲਿਸਟ ਤੋਂ ਤੁਹਾਨੂੰ ਲੱਗਦਾ ਹੈ ਕਿ ਉਹਦੀ ਇਹ ਪ੍ਰਾਪਰਟੀ ਆ, ਤੁਸੀਂ ਉਹ ਤੋਂ ਫਰਦਾਂ ਲਿਖਾਈਆਂ ਹੁੰਦੀਆਂ ਨੇ, ਉਹਦੀ ਪ੍ਰਾਪਰਟੀ ਦਾ ਸਾਰਾ ਆਪਣੇ ਪਾਸ ਰੱਖਿਆ ਹੁੰਦਾ ਹੈ, ਤਾਂ ਜੇ ਤੁਹਾਨੂੰ ਉਸ ਵਕਤ ਇਹ ਅਸੀਂ ਕੰਪੇਅਰ ਕਰਦੇ ਆ ਆਮ ਕਿਸਾਨ ਦੇ ਨਾਲ, ਜਦੋਂ ਅਸੀਂ ਕਹਿੰਦੇ ਕਿ ਉਹਦੀ ਕਿਸ਼ਤ ਨਹੀਂ ਆਈ, ਉਹਦੇ 'ਚ ਜਿਵੇਂ ਕਿ ਸਾਡੇ ਮਾਨਯੋਗ ਪੈਨਲਿਸਟ ਨੇ ਕਿਹਾ ਕਿ ਅਸਲ ਰਸੂਖ ਆ ਜਾਂਦਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਸਮਵਿਆਰ ਜਿਹੜਾ ਕਰਜ਼ੇ ਦਾ ਪੂਰਾ ਕੇਸ ਹੈ, ਉਹ ਕਰਜ਼ਾ ਕੌਣ ਲੈਂਦਾ ਤੇ ਕਿਉਂ ਲੈਂਦਾ ਹੈ। ਜੇ ਤੁਸੀਂ ਇਹਨੂੰ ਇੱਕ ਸਕਿੰਟ ਵਾਸਤੇ ਇਸ ਤਰ੍ਹਾਂ ਸਮਝੋ ਕਿ ਕਰਜ਼ਾ ਇਸ ਕਰਕੇ ਲਿਆ ਜਾਂਦਾ ਹੈ ਕਿ ਕਰਜ਼ੇ ਦੇ ਰਾਹੀਂ ਤੁਸੀਂ ਆਪਣੀ ਜੋ ਵੀ ਸਨਅਤਕਾਰੀ ਹੈ, ਤੁਹਾਡੀ ਐਗਰੀਕਲਚਰ ਹੈ, ਉਹਦੇ 'ਚੋਂ ਤੁਸੀਂ ਬੜ੍ਹੋਤੀ ਕਰਨੀ ਆ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਜਿਸ ਕਿਸਾਨ ਨੇ ਕਰਜ਼ਾ ਲੈ ਲਿਆ, ਕਰਜ਼ਾ ਲੈ ਕੇ ਉਹਨੇ ਆਪਣੀ ਫਸਲ 'ਤੇ ਲਗਾ ਲਿਆ, ਤੁਸੀਂ ਅੱਜ ਦੇ ਅਖਬਾਰ ਦੇਖ ਲਓ ਕਿ ਕਿਸਾਨਾਂ ਨੇ ਹਿੰਮਤ ਮਾਰ ਕੇ ਆਪਣੀ ਤੂੜੀ ਨੂੰ ਛੱਡ ਕੇ, ਕਿਉਂਕਿ ਜੇ ਉਹ ਕਣਕਾਂ ਨੂੰ ਥ੍ਰੈਸ਼ਰ 'ਚ ਉਹਦੀ ਗਾਈ ਕਰਦੇ ਆ ਤਾਂ ਤੂੜੀ ਬਚਦੀ ਆ, ਪਰ ਉਹ ਮੌਸਮ ਖਰਾਬ ਦੇਖ ਕੇ ਉਹ ਕੰਬਾਈਨ ਦਾ ਕਟਾਉਂਦੇ ਆ ਤੇ ਸਾਰੀ ਸਾਰੀ ਉਹ ਤੂੜੀ ਉਹਨਾਂ ਦੀ ਨਹੀਂ ਜੂਸ ਕੰਮ 'ਚ ਆਉਂਦੀ। ਕਣਕਾਂ ਲਿਆਂਦੀਆਂ, ਕਣਕਾਂ ਨੂੰ ਬੋਰੀਆਂ 'ਚ ਪਾ ਕੇ, ਗੰਦੀ ਬੈਗ 'ਚ ਪਾ ਕੇ ਉਹ ਸਾਰਾ ਦਾ ਸਾਰਾ ਬੋਲ ਮੰਡੀਆਂ 'ਚ ਲੈ ਗਏ ਆ। ਅੱਜ ਸਵੇਰੇ ਦਿਲ ਜਿਹੜਾ ਸੀਗਾ ਉਹ ਸਵੇਰੇ ਬਹੁਤ ਉਦਾਸ ਹੋਇਆ ਕਿ ਜਦੋਂ ਉਸ ਕਿਸਾਨ ਦੀ ਜਿਹੜੀ ਕਣਕ ਹੈ ਬੋਰੀਆਂ 'ਚ ਪਈ ਹੋਈ ਆ ਔਰ ਉਹ ਗੋਡੇ ਗੋਡੇ ਪਾਣੀ 'ਚ ਹੈ, ਅੱਧੀਆਂ ਥੱਲੇ ਬੋਰੀਆਂ ਡੁੱਬੀਆਂ ਪਈਆਂ ਨੇ। ਉਹ ਦੁੱਖ ਲੱਗ ਰਿਹਾ ਵਿਚਾਰੇ ਕਿਸਾਨ ਆਪਣੀ 6 ਮਹੀਨੇ ਦੀ। ਹੁਣ ਕੀ ਸਰਕਾਰ, ਅੱਜ ਰੰਗੀ ਸਾਹਿਬ ਨੇ ਆਰਟੀਕਲ ਲਿਖਿਆ ਇੱਕ ਅਖਬਾਰ ਵਿੱਚ ਕਿ ਸਾਡੇ ਜ਼ਮੀਨ ਦੇ ਅੰਦਰ ਸੀਲੋ ਨਹੀਂ ਬਣ ਸਕਦੇ। ਜੇ ਅਸੀਂ ਕਰਜ਼ਾ ਦਿੰਦੇ ਆ ਕਿ ਕਰਜ਼ਾ ਤਾਂ ਦਿੰਦੇ ਉਹਨਾਂ ਨੂੰ ਕਿ ਉਹ ਵਿਚਾਰੇ ਕਰਜ਼ਾ ਮੋੜਨ ਜੋਗੇ ਹੋਣ ਨਾ। ਕਰਜ਼ਾ ਦੇਣਾ ਇੱਕ ਕੰਮ ਹੈ, ਕਰਜ਼ੇ ਦੇ ਨਾਲ ਉਹਨਾਂ ਦੀ ਖੇਤੀ ਦੀ ਰੱਖਿਆ ਕਰਨੀ ਦੂਜਾ ਕੰਮ ਹੈ। ਜੇ ਕਿਸਾਨ ਕਰਜ਼ਾ ਨਹੀਂ ਮੋੜ ਸਕਦਾ ਤਾਂ ਸਰਕਾਰ ਆਪਣੇ ਜ਼ਿੰਮੇਵਾਰ ਤੋਂ ਭੱਜ ਰਹੀ ਆ, ਉਹਦੀ ਬਣਾਈ ਹੋਈ ਫਸਲ ਨੂੰ ਬਰਬਾਦ ਹੋਣ ਦੇ ਰਹੀ ਆ। ਇਹ ਚੀਜ਼ਾਂ ਸਮਝਣੀਆਂ ਪਊਗੀਆਂ। ਦੂਜੀ ਗੱਲ ਠੀਕ ਹੈ ਸੰਧੂ ਸਾਹਿਬ, ਤੁਹਾਡੇ ਕੋਲ ਆਉਣਾ ਪਹਿਲਾਂ ਇੱਕ ਬੈਦਵੰਤ ਸਾਹਿਬ ਤੋਂ ਮੈਂ ਸਵਾਲ ਪੁੱਛ ਲਵਾਂ। ਬੈਦਵੰਤ ਸਾਹਿਬ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਅੱਜ ਕਹਿ ਰਹੀਆਂ ਨੇ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਸਾਰਾ ਕਰਜ਼ਾ ਮਾਫ ਕਰਨ ਦੇ, ਬਰਾਗੀ ਸਾਹਿਬ ਨੇ ਵੀ ਕਿਹਾ ਕਿ ਸਾਰਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਜਾ ਰਹੀ ਆ। ਕੀ ਤੁਸੀਂ ਚਾਹੁੰਦੇ ਹੋ ਕਿਸਾਨ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ, ਕਿ ਜਿਹੜੇ ਇਹੋ ਜਿਹੇ ਡਿਫਾਲਟਰ ਕਿਸਾਨ ਨੇ ਇਹਨਾਂ ਦਾ ਵੀ ਕਰਜ਼ਾ ਮਾਫ ਹੋਵੇ? ਜੇ ਤੁਸੀਂ ਕਿਹੜੇ ਸਾਰੇ ਕਿਸਾਨ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਵੀ ਮੰਗ ਕਰਦੇ ਤੁਸੀਂ? ਪਹਿਲਾਂ ਤਾਂ ਜੀ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਕਰਜ਼ਾ ਚੜਦਾ ਕਿਵੇਂ ਹੈ। ਹੁਣ ਗੰਨੇ ਦੀ ਕੀਮਤ ਸਾਨੂੰ ਨਹੀਂ ਮਿਲਦੀ। ਨਹੀਂ ਠੀਕ ਹੈ ਜਿਹੜੇ ਅਸੀਂ ਬੈਦਵੰਤ ਸਾਹਿਬ ਪਤਾ ਵਿਆਜ ਤੇ ਲੈ ਕੇ ਬੈਦਵੰਤ ਸਾਹਿਬ ਪੰਜਾਬ ਦੇ ਹਰੇਕ ਕਿਸਾਨ ਨੂੰ, ਹਰੇਕ ਬੰਦੇ ਨੂੰ ਪਤਾ ਹੈ ਕਿ ਕਰਜ਼ਾ ਕਿਵੇਂ ਚੜਦਾ ਹੈ। ਐਕੁਜੀਸ਼ਨ ਹੁੰਦੀ ਹੈ, ਸਾਨੂੰ ਪੈਸਾ ਨਹੀਂ ਮਿਲਦਾ, 7 ਪੈਨਲਟੀਆਂ ਲੱਗਦੀਆਂ। ਤੇ ਜਿਹੜੇ ਕਰਜ਼ਾ ਕਹਿੰਦੇ ਮਾਫ ਕਰਤਾ, ਵਾਅਦਾ ਕਰਕੇ ਪਹਿਲਾਂ ਤਾਂ ਇਹਨਾਂ ਨੇ ਕਰਜ਼ੇ ਦੇ ਸਾਰਾ ਵਾਅਦਾ ਕਰਿਆ, ਔਰ ਜੋ ਮਾਫ ਕਰਿਆ ਉਹ ਕਰਜ਼ਾ ਨਹੀਂ ਸੀਗਾ, ਉਹ ਤਾਂ ਸਾਂਝੀ ਖੇਤੀ ਕ੍ਰੌਪ ਲੋਨ ਜਿਹਦਾ ਆਪਾਂ 9 ਦਿੰਨੇ ਆ। 6 ਮਹੀਨੇ ਬਾਅਦ ਸੁਸਾਇਟੀ ਆਪਣਾ ਪੈਸਾ ਦੇ ਦਿੰਦੀ ਹੈ ਫਸਲ ਬੀਜਣ ਲਈ,
ਜਦੋਂ ਫਸਲ ਆਉਂਦੀ ਹੈ ਕਿਸਾਨ ਨੂੰ ਉਹਦੀ ਮਿਹਨਤ ਠੀਕ ਹੈ ਮੇਰਾ ਸਵਾਲ ਵੈਦਵਾਨ ਸਾਹਿਬ ਇਹੀ ਸੀ ਕਿ ਜਿਹੜੇ ਤੁਸੀਂ ਸਾਰਾ ਕਰਜ਼ਾ ਮਾਫ ਕਰਨ ਦੀ ਗੱਲ ਕਰਦੇ ਹੋ, ਲਕੀਰ ਮਾਰਨ ਦੀ ਗੱਲ ਕਰਦੇ ਹੋ, ਕਿ ਉਹਨਾਂ ਦੇ ਵਿੱਚ ਇਹੋ ਜਿਹੇ ਰਸੂਖਦਾਰ ਕਿਸਾਨ ਜਿਹੜੇ ਅਮੀਰ ਕਿਸਾਨ ਨੇ ਜਿਨ੍ਹਾਂ ਨੇ ਹਾਲੇ ਤੱਕ ਇੱਕ ਵੀ ਕਿਸ਼ਤ ਨਹੀਂ ਮੋੜੀ, ਕਿ ਉਹ ਵੀ ਇਸ ਸਾਰੇ ਕਰਜ਼ੇ ਦੇ ਵਿੱਚ ਆਉਂਦੇ ਨੇ ਤੁਹਾਡੇ ਹਿਸਾਬ ਦੇ ਨਾਲ? ਬਿਲਕੁਲ ਸਰ, ਜਿਹੜੀ ਇੰਡਸਟਰੀ ਹੈ ਅਗਰ ਉਹਦਾ ਕਰਜ਼ਾ NPA ਹੋ ਸਕਦਾ ਤਾਂ ਤੁਸੀਂ ਜੇ ਵੱਡੇ ਕਿਸਾਨ ਦੀ ਵਰਕਿੰਗ ਕੈਪੀਟਲ ਗਿਣ ਲਓ ਤਾਂ ਉਹਨੂੰ ਵਰਕਿੰਗ ਕੈਪੀਟਲ ਦਾ ਵਿਆਜ ਵੀ ਨਹੀਂ ਮਿਲਦਾ। ਕਿਸਾਨ ਨੂੰ ਤਾਂ ਉਹਦੀ ਫਸਲ ਦੀ ਕੀਮਤ ਨਹੀਂ ਪੂਰੀ ਮਿਲ ਰਹੀ ਤੇ ਇੰਡਸਟਰੀ ਨੂੰ ਉਹਦੀ ਵਰਕਿੰਗ ਕੈਪੀਟਲ ਤੇ ਵੀ ਵਿਆਜ ਮਿਲਦਾ। ਤੇ ਜੇ ਉਹਦੀ ਵਰਕਿੰਗ ਕੈਪੀਟਲ ਕਾਊਂਟ ਹੁੰਦੀ ਹੈ, ਜੇ ਕਿਸੇ ਇੰਡਸਟਰੀਲਿਸਟ ਨਾਲ ਇੰਡਸਟਰੀ ਦਾ 2 ਕਿੱਲੇ 'ਚ ਕੰਮ ਚੱਲਦਾ ਤਾਂ ਉਹ 25 ਕਿੱਲੇ ਖਰੀਦ ਕੇ ਲੈ ਲੈਂਦਾ ਗਵਰਨਮੈਂਟ ਤੋਂ, ਤੇ ਉਹ 23 ਕਿੱਲੇ ਦੀ ਕੀਮਤ ਵੀ ਉਹਦੀ ਵਰਕਿੰਗ ਕੈਪੀਟਲ ਦੇ ਵਿੱਚ ਹੈ, ਜਿਹਦੇ ਉਹਦੇ ਫਿਕਸ ਸੈੱਟ ਹੈ ਔਰ ਸਾਲ ਵੱਧਦੇ ਰਹਿੰਦੇ। ਵੈਦਵਾਨ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਜੇ ਕਿਸੇ ਨੇ ਕਰੋੜ ਰੁਪਈਆ ਕਰਜ਼ਾ ਲਿਆ ਵਾ ਤੇ ਉਹ ਇੱਕ ਵੀ ਕਿਸ਼ਤ ਨਾ ਮੋੜ ਸਕੇ। ਠੀਕ ਹੈ ਸੰਧੂ ਸਾਹਿਬ, ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਤੁਸੀਂ ਫਿਰ ਕਹਿ ਰਹੇ ਸੀ ਕਿ ਸਿਸਟਮ, ਸੰਧੂ ਸਾਹਿਬ ਤੁਸੀਂ ਕਿਹਾ ਸੀ ਕਿ ਸਿਸਟਮ ਵਿਗੜਿਆ ਹੋਇਆ ਵਾ ਪਿਛਲੇ 10 ਸਾਲ, ਤੁਸੀਂ ਫਿਰ ਪਿੱਛੇ ਸਾਰੀ ਗੱਲ ਸੁੱਟਦੇ ਹੋ। ਤੁਸੀਂ ਕਿਹਾ ਕਮਿਸ਼ਨ ਬਣਾਉਣ ਦੀ ਲੋੜ ਆ, ਕਮਿਸ਼ਨ ਕਿਹਨੇ ਬਣਾਉਣਾ ਵਾ? ਸਰਕਾਰ ਤਾਂ ਤੁਹਾਡੀ ਆ। ਸਾਡੀ ਸਰਕਾਰ ਕਿੱਥੇ ਹੈ ਜੀ? ਨਹੀਂ ਜੀ ਵੈਦਵਾਨ ਸਾਹਿਬ ਮਾਫ ਕਰਨਾ, ਮੈਂ ਸੰਧੂ ਸਾਹਿਬ ਤੋਂ ਸਵਾਲ ਕੀਤਾ। ਠੀਕ ਹੈ ਆ ਵੈਦਵਾਨ ਸਾਹਿਬ ਹੁਣੇ ਕਹੀ ਜਾਂਦੇ ਨੇ ਕਿ ਏਦਾਂ ਸਿਸਟਮ ਖਰਾਬ ਹੈ, ਏਦਾਂ ਕਿਸਾਨ ਤੇ ਆ ਹੋ ਗਿਆ, ਕਿਸਾਨ ਤੇ ਉਹ ਹੋ ਗਿਆ। ਇਹਨਾਂ ਨੂੰ ਸਿਰਫ ਇੰਨੀ ਗੱਲ ਮੈਂ ਪੁੱਛਣਾ ਚਾਹੁੰਦਾ ਵੀ 10 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਵੀ ਸਟੈਪ ਲਿਆ ਹੋਵੇ, ਇਹ ਜਿੰਨੀਆਂ ਨੁਕਤੇ ਜਿੰਨੀਆਂ ਕੱਢ ਰਹੇ ਨੇ, ਜਿੰਨੇ ਨੁਕਸ ਕੱਢ ਰਹੇ ਨੇ ਸਿਸਟਮ 'ਚ, ਇੱਕ ਵੀ ਸਟੈਪ ਇਹਨਾਂ ਨੇ 10 ਸਾਲਾਂ 'ਚ ਲਿਆ ਹੋਵੇ ਕਿਸਾਨਾਂ ਨੂੰ ਰਿਲੀਫ ਦੇਣ ਲਈ? ਇਹ ਦੱਸ ਦੇਣ। ਪਹਿਲੀ ਗੱਲ, ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਜੀ, ਜਵਾਬ ਮੇਰੇ ਤੋਂ ਜ਼ਰੂਰ। ਦੂਸਰੀ ਗੱਲ, ਇਹ ਜਿਹੜੇ ਕਰੋੜ ਰੁਪਏ ਦੇ ਕੋਲੀਆਂ ਵਾਲੀ ਵਰਗੇ ਬੰਦਿਆਂ ਨੇ ਲੋਨ ਲਏ ਨੇ, ਠੀਕ ਹੈ, ਇਹ ਐਂ ਮਿਲ ਗਏ ਜਿਵੇਂ ਨਰਿੰਦਰ ਮੋਦੀ ਦਾ ਨੀਰਵ ਮੋਦੀ, ਉਵੇਂ ਬਾਦਲ ਦਾ ਕੋਲੀਆਂ ਵਾਲੀ ਕਰੋੜਾਂ ਰੁਪਇਆ ਲੈ ਕੇ ਖਾ ਪੀ ਗਏ ਨੇ। ਇਹ ਕਾਂਗਰਸ ਦੇ ਨਾਮ ਵੀ ਹੈਗੇ ਜੀ ਸੰਧੂ ਸਾਹਿਬ, ਕਾਂਗਰਸ ਦੇ ਲੀਡਰਾਂ ਦੇ ਨਾਮ ਵੀ ਹੈਗੇ ਜੀ। ਕੋਈ ਤਾਂ ਮੈਂ ਕਹਿੰਦਾ ਜੀ ਬਿਲਕੁਲ ਜਿਹਦਾ 20-50 ਲੱਖ ਰੁਪਏ ਕਾਂਗਰਸ ਦਾ ਲੀਡਰ ਹੋਵੇ ਉਹਦਾ ਵੀ ਕਰਜ਼ਾ ਨਹੀਂ ਮਾਫ ਹੋਣਾ ਚਾਹੀਦਾ, ਬਿਲਕੁਲ ਨਹੀਂ। 50 ਲੱਖ 2 ਕਰੋੜ ਰੁਪਇਆ ਲਈ ਬੈਠੇ ਨੇ। ਠੀਕ ਹੈ, ਔਰ ਖਾਸ ਤੌਰ ਤੇ ਮੈਂ ਇੱਕ ਗੱਲ ਇੱਥੇ ਕਹਿਣਾ ਚਾਹੁੰਦਾ, ਮੈਂ CM ਸਾਹਿਬ ਨਾਲ ਵੀ ਅਸੀਂ ਗੱਲ ਕਰਾਂਗੇ, ਖਾਸ ਤੌਰ ਤੇ ਜਿਹੜੇ ਲੀਡਰ ਨੇ, ਭਾਵੇਂ ਉਹ ਕਾਂਗਰਸ ਦਾ ਲੀਡਰ ਹੈਗਾ, ਅਸੀਂ ਉਹਨਾਂ ਤੋਂ ਵੀ ਕਹਾਂਗੇ ਵੀ ਇਹਨਾਂ ਦੇ ਕਰਜ਼ੇ ਨਹੀਂ ਮਾਫ ਹੋਣੇ ਚਾਹੀਦੇ। ਅਸੀਂ ਲੀਡਰ ਜਿਹੜਾ ਲੀਡਰ ਹੁੰਦਾ, ਲੀਡਰ ਦਾ ਇੱਕ ਮਿੰਟ ਮੈਨੂੰ ਪੂਰੀ ਗੱਲ ਲੈਣ ਦਿਓ, ਲੀਡਰ ਦਾ ਮਤਲਬ ਹੁੰਦਾ, ਜਵਾਬ ਦੇਣ ਦਿਓ, ਲੀਡਰ ਦਾ ਮਤਲਬ ਹੁੰਦਾ ਲੀਡ ਕਰੇ। ਠੀਕ ਹੈ ਹਾਂਜੀ ਵੈਦਵਾਨ ਸਾਹਿਬ, ਲੀਡ ਕਰੇ ਲੋਕਾਂ ਨੂੰ, ਨਾ ਕਿ ਮਿਸਲੀਡ ਕਰੇ। ਠੀਕ ਹੈ ਸੰਧੂ ਸਾਹਿਬ, ਠੀਕ ਹੈ ਹਾਂਜੀ ਵੈਦਵਾਨ ਸਾਹਿਬ ਜੋ ਜਿਹੜੀ ਡਿਊਟੀ ਸੀ ਜੀ 40,000 ਕਿਲੋਮੀਟਰ ਸੜਕਾਂ ਬਣਾਈਆਂ, 75,000 ਤੇ ਉਹਨਾਂ ਨੇ ਰਿਪੇਅਰ ਕਰਾਈ। ਮੰਡੀਆਂ ਦੇ ਵਿੱਚ 1835 ਮੰਡੀਆਂ, ਜਿਹੜੀ ਮੰਡੀਆਂ ਨਵੀਆਂ ਬਣਾਈਆਂ, ਫਰਸ਼ ਪਵਾਏ, ਜੋ ਉਹਨਾਂ ਨੇ ਕੀਤਾ ਉਹਨਾਂ ਦੀ ਡਿਊਟੀ ਸੀ ਮੰਡੀ ਦਾ ਸੁਧਾਰ ਕਰਨਾ। ਤੇ ਰਵਿੰਦਰ ਚੀਮਾ ਜੀ ਦਾ ਇਹਨਾਂ ਨੇ ਆਉਂਦਿਆਂ ਲਈ ਪਹਿਲਾਂ ਰੂਰਲ ਟੈਕਸ ਵਧਾਤਾ, ਕਿਸਾਨਾਂ ਨੂੰ ਭੁੱਲ ਗਏ, ਇੱਕ ਵੀ ਸੜਕ ਨਹੀਂ ਬਣਾਉਣ ਲੱਗ ਗਏ। ਸੜਕਾਂ ਬਣਾਉਣਾ ਮੰਡੀ ਬੋਰਡ ਦਾ ਕੰਮ ਹੈਗਾ, ਮੈਨੂੰ ਪਤਾ ਕੰਮ ਹੈ, ਲੇਕਿਨ ਤੁਸੀਂ ਕਿਸਾਨਾਂ ਦੇ ਲਾਸ਼ਾਂ ਦੇ ਤੁਰ ਕੇ ਮੰਡੀ ਬੋਰਡ ਦੀ ਚੇਅਰਮੈਨ ਨਹੀਂ ਲਈ। ਠੀਕ ਹੈ ਬੂਟਾ ਸਿੰਘ ਜੀ ਜਿਵੇਂ 4 ਕਿਸਾਨ ਆਗੂਆਂ ਦਾ ਨਾਮ ਵੀ ਇਹਦੇ ਵਿੱਚ ਆਇਆ ਹੈ। ਵੈਦਵਾਨ ਸਾਹਿਬ, ਸੰਧੂ ਸਾਹਿਬ ਦੀ ਜ਼ਿੰਮੇਵਾਰੀ ਹੈ। ਬੂਟਾ ਸਿੰਘ ਜੀ ਜਿਵੇਂ 4 ਕਿਸਾਨ ਆਗੂਆਂ ਦਾ ਵੀ ਨਾਮ ਸਾਹਮਣੇ ਆਇਆ, ਕੀ ਲੱਗਦਾ ਹੈ ਕਿ ਕਿਸਾਨ ਆਗੂ ਜਿਹੜੇ ਕਿਸਾਨ ਆਗੂ ਨੇ ਕਿ ਇਹ ਵੀ ਰਸੂਖਦਾਰ ਨੇ, ਇਹਨਾਂ ਦੀ ਵੀ ਸਰਕਾਰੀ ਦਰਬਾਰੇ ਪੂਰੀ ਚੱਲਦੀ ਹੈ, ਤਾਂ ਹੀ ਹਾਲੇ ਤੱਕ ਇੱਕ ਵੀ ਕਿਸ਼ਤ ਨਹੀਂ ਇਹਨਾਂ ਨੇ ਮੋੜੀ? ਦੇਖੋ ਆਪਣੇ ਜਰਮਨਜੀਤ ਜੀ, ਇਹ ਗੱਲ ਦਾ ਜਿਹੜਾ ਬੇਸ ਹੈਗਾ ਨਾ, ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਆ, ਇੰਟਾਇਰਲੀ ਪੋਲਿਟਿਕਸ ਤੇ ਹੀ ਬੇਸਡ ਆ। ਮੈਂਬਰ ਚੁਣੇ ਜਾਂਦੇ ਆ, ਡਾਇਰੈਕਟਰ ਚੁਣੇ ਜਾਂਦੇ ਆ, ਫਿਰ ਚੇਅਰਮੈਨ ਚੁਣੇ ਜਾਂਦੇ ਆ, ਚਾਹੇ ਉਹ ਕਿਸੇ ਵੀ ਕੋਆਪਰੇਟਿਵ ਅਦਾਰੇ ਦਾ ਹੋਵੇ। ਉਹਦੇ ਵਿੱਚ ਜਿਹੜਾ ਵੀ ਰਸੂਖਦਾਰ ਆ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਜਿਹੜਾ ਉਹ ਵੋਟਾਂ ਵੱਧ ਪਵਾ ਸਕਦਾ, ਡਾਇਰੈਕਟਰ ਵੱਧ ਭੇਜ ਸਕਦਾ, ਉਹ ਆਪਦਾ ਰਸੂਖ ਵਰਤਦਾ ਵਾ ਤੇ ਇਹ ਇੰਸਟੀਟਿਊਸ਼ਨ ਨੂੰ ਕਾਬਜ਼ ਕਰਨ ਦੀ ਕੋਸ਼ਿਸ਼ ਕਰਦਾ। ਸੈਕੰਡਲੀ ਮੈਂ ਕਹਾਂ, ਮੈਨੂੰ ਅਫਸੋਸ ਨਾਲ ਸ਼ਾਇਦ ਕਹਿਣਾ ਪੈ ਰਿਹਾ, ਮੇਰੀ ਇੰਨੀ ਬੁੱਧੀ ਵੀ ਹੈ ਨਹੀਂ, ਜਿਹੜੀ ਕੋਆਪਰੇਟਿਵ ਲਹਿਰ ਸੀ ਪੰਜਾਬ ਦੇ ਵਿੱਚ ਉਹ ਓਨੀ ਸਕਸੈਸਫੁਲ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀਗੀ। ਇਹ ਸਿਰਫ ਤੇ ਸਿਰਫ ਆਪਦੇ ਨਿੱਜੀ ਮੁਆਫਤਾਂ ਤੇ ਰਾਜਨੀਤੀ ਲਈ ਵਰਤੀ ਗਈ ਆ। ਤੇ ਬਾਕੀ ਮੈਂ ਗੱਲ ਕਰਾਂ, ਮਨਪ੍ਰੀਤ ਵਧੀਆ ਬੰਦਾ, ਕਾਂਗਰਸ ਦਾ ਵਧੀਆ ਬੋਲਦਾ, ਸ਼ਾਇਦ
ਜੇ ਇਹ ਤੇਵਰ ਜਦੋਂ ਬੀਬੀ ਭੱਠਲ ਦਾ 84 ਲੱਖ ਮਾਫ ਕੀਤਾ ਵਾ ਉਦੋਂ ਵੀ ਦਿਖਾਏ ਹੁੰਦੇ ਤਾਂ ਉਹ 84 ਲੱਖ, ਜੇ ਮੈਂ 2-2 ਲੱਖ ਕਿਸਾਨਾਂ ਦੀ ਗੱਲ ਕਰਾਂ ਤਾਂ ਆਪ ਹੀ ਤੁਸੀਂ ਹਿਸਾਬ ਲਾ ਲਓ 41 ਕਿਸਾਨਾਂ ਨੂੰ ਹੋਰ ਮਿਲ ਜਾਣਾ ਸੀਗਾ, ਜਿਹੜਾ ਇੱਕ ਘੁੱਗੀ ਦੇ ਨਾਲ ਬੀਬੀ ਭੱਠਲ ਦਾ ਮਾਫ ਕਰਤਾ। ਇੱਥੇ ਵੀ ਸਾਨੂੰ ਥੋੜੀ ਜੀ ਪਾਰਦਰਸ਼ਤਾ ਤੇ ਥੋੜੀ ਜੀ ਸਟਰੋਂਗਨੈਸ ਦਿਖਾਉਣ ਦੀ ਲੋੜ ਆ। ਠੀਕ ਹੈ ਸੰਧੂ ਸਾਹਿਬ, ਆਖਰੀ ਸਵਾਲ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਦੱਸ ਦਿਓ ਕਿ ਹੁਣ ਕਾਰਵਾਈ ਕਦੋਂ ਤੱਕ ਹੋਵੇਗੀ, ਕਦੋਂ ਤੱਕ ਜਿਹੜਾ ਇਹ 276 ਕਰੋੜ ਰੁਪਇਆ ਜਿਹੜਾ ਕਿ ਵਾਪਸ ਆ ਜਾਏਗਾ ਜਲਦੀ ਸਹਿਕਾਰਤਾ ਵਿਭਾਗ ਦਾ? ਸੰਖੇਪ ਜਿਹਾ ਉੱਤਰ। ਦੇਖੋ, ਮੈਂ ਪ੍ਰੋਫੈਸਰ ਰੌਣਕੀ ਰਾਮ ਨੇ ਜਿਹੜੀ ਗੱਲ ਕੀਤੀ ਸੀਗੀ ਨਾ ਜੀ, ਇਹ ਡੈਮੋਕ੍ਰੇਸੀ ਦੀ ਬਿਊਟੀ ਹੈਗੀ ਹੈ ਕਿ ਜੇ ਡੈਮੋਕ੍ਰੇਸੀ ਕਿਸਾਨਾਂ ਦੇ, ਆਮ ਕਿਸਾਨਾਂ ਦੇ ਲਾਗੂ ਕਿਉਂ ਨਹੀਂ ਹੁੰਦੀ? ਰੰਧਾਵਾ ਸਾਹਿਬ ਨੇ ਇੰਨਾ ਸੁਣੋ ਮੈਨੂੰ ਕੰਪਲੀਟ ਤਾਂ ਕਰ ਲੈਣ ਦਿਆ ਕਰੋ ਜਰਮਨਜੀਤ ਜੀ। ਜੇ ਰੰਧਾਵਾ ਸਾਹਿਬ ਨੇ ਇੰਨੀ ਦਲੇਰੀ ਦਿਖਾਈ ਹੈ ਔਰ ਲਿਸਟ ਬਾਹਰ ਕੱਢੀ ਹੈ, ਪਬਲਿਕ ਦੇ ਵਿੱਚ ਲਿਆਂਦੀ ਹੈ, ਇਹ ਰੰਧਾਵਾ ਸਾਹਿਬ ਦੀ ਗ੍ਰੇਟਨੈਸ ਹੈ ਕਿ ਉਹਨਾਂ ਨੇ ਬਾਹਰ ਲਿਆ ਕੇ ਰੱਖੀ ਹੈ। ਔਰ ਮੈਂ ਤੁਹਾਨੂੰ ਐਸ਼ੋਰ ਕਰਦਾ ਕਿ ਰੰਧਾਵਾ ਸਾਹਿਬ ਇੰਨੇ ਕਮਜ਼ੋਰ ਨਹੀਂ ਹੈਗੇ ਕਿ ਇਹ ਇੰਪਲੀਮੈਂਟ ਨਹੀਂ ਕਰਨਗੇ। ਇਹ ਡਿਫਾਲਟਰਸ ਦੇ ਬਿਲਕੁਲ ਪੈਸਾ ਵਾਪਸ ਲਿਆ ਕੇ ਸਹਿਕਾਰਤਾ ਵਿਭਾਗ ਦੇ ਵਿੱਚ ਜਮ੍ਹਾਂ ਕਰਾਉਣਗੇ। ਠੀਕ ਹੈ ਤੁਹਾਡੇ ਸਾਰੇ ਮਹਿਮਾਨਾਂ ਦਾ। ਹਾਂਜੀ, ਰੰਧਾਵਾ ਸਾਹਿਬ ਜਵਾਬਦੇਹੀ ਹੋਣਗੇ। ਤੁਸੀਂ ਸਰਕਾਰ 'ਚ ਹੋਵੋਗੇ ਜਾਂ ਤੁਸੀਂ ਸਰਕਾਰ 'ਚ ਹੋ ਜਰਮਨਜੀਤ ਜੀ, ਜਾਂ ਤੁਸੀਂ ਆਪੋਜੀਸ਼ਨ 'ਚ ਹੋਵੋਗੇ, ਜੇ ਤੁਸੀਂ ਲੋਕ ਪੱਖੀ ਮੁੱਦਿਆਂ ਨੂੰ ਰੇਜ਼ ਕਰੋਗੇ ਤਾਂ ਲੋਕ ਤੁਹਾਡੇ ਨਾਲ ਖੜੇ ਹੋਣਗੇ। ਠੀਕ ਹੈ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਦਰਸ਼ਕਾਂ ਤੋਂ ਹੁਣ ਸਵਾਲ ਦੇ ਜਵਾਬ ਦੀ ਬਾਰੀ। ਅੱਜ ਅਸੀਂ ਸਵਾਲ ਪੁੱਛਿਆ ਸੀ ਕਿ ਪੰਜਾਬ ਸਹਿਕਾਰਤਾ ਵਿਭਾਗ ਦੇ ਵਿੱਚ ਨੇਤਾਵਾਂ ਨੂੰ ਰਸੂਖ ਦੇ ਚੱਲਦਿਆਂ ਮੋਟੇ ਕਰਜ਼ੇ ਦਿੱਤੇ ਗਏ ਨੇ। ਇਸ ਦੇ ਜੋ ਜਵਾਬ ਸਾਨੂੰ ਤੁਹਾਡੇ ਵੱਲੋਂ ਮਿਲੇ ਨੇ, 95% ਦੀ ਲੋਕਾਂ ਦਾ ਮੰਨਣਾ ਹੈ ਕਿ ਹਾਂ, ਸਰਕਾਰ ਦੇ ਵਿੱਚ ਰਸੂਖ ਦੇ ਚੱਲਦਿਆਂ ਹੀ ਮੋਟੇ ਕਰਜ਼ੇ ਦਿੱਤੇ ਗਏ ਨੇ, ਜਦੋਂ ਕਿ 5% ਲੋਕ ਸਹਿਮਤ ਨਹੀਂ ਨੇ।